ਵਾਹਿਗੁਰੂ ਜੀ ਕਾ ਖਾਲਸਾ श्री वाहिगुरु जी की फतेह। कल बैठे बैठे एक फिर पोस्ट हाथ लगी जो किसी ने भाई साहब भाई टंडरियां वाले नाल फोटो खिंच के पाई सी और उसके उपर लिखा होया सी कि मैनू लगदा है फिर जिवें नानक मुड़ आया है, बस रूप बदलिया है पर सोच उही लिया है। मैं गल शुरू करन तो पहलों इन्नी अर्ज बेनती करांगा कि मैं किसी दी नखेदी जां किसी दे उलट जां किसी दियां भावनावां नूं ठेस नहीं देना चाहुंदा। मैं ते जो मेरे विचार है, मेरी मत है, उसके मुताबिक ही ये विचार तुहाडे सन्मुख रखण दी कोशिश करांगा। मैनू लगदा है फिर जिवें नानक मुड़ आया है, बस रूप बदलिया है पर सोच उही लिया है। ਅਸੀਂ ਅੱਜ ਦੇ ਆਕਾਰ ਨੂੰ, ਅੱਜ ਦੇ ਇੱਕ ਸਰੀਰ ਨੂੰ ਉਸ ਮਹਾਨ ਹਸਤੀ ਦੇ ਬਰਾਬਰ ਕਰ ਦਿੱਤਾ ਹੈ ਜਿਸ ਨੂੰ ਸ਼ਾਇਦ ਬਣਾਉਣ ਲੱਗਿਆ ਉਸ ਵਾਹਿਗੁਰੂ ਨੇ, ਉਸ ਈਸ਼ਵਰ ਨੇ, ਉਸ ਅੱਲਾ ਨੇ ਵੀ ਬਹੁਤ ਵਾਰ ਸੋਚ ਵਿਚਾਰ ਕੀਤੀ ਹੋਵੇਗੀ। ਔਰ ਜਿਸ ਨਾਨਕ ਨੇ ਇਸ ਦੁਨੀਆ ਨੂੰ ਸੰਦੇਸ਼ ਕਿਸੇ ਨਕਲ ਤੋਂ ਨਹੀਂ, ਦੂਸਰੀਆਂ ਕਿਤਾਬਾਂ ਤੋਂ ਚੋਰੀ ਕਰਕੇ ਨਹੀਂ, ਧੁਰ ਦੀ ਬਾਣੀ ਦੇ ਜ਼ਰੀਏ ਉਸ ਅਕਾਲ ਦਾ ਸੰਦੇਸ਼ ਸਿੱਧਾ ਦੁਨੀਆ ਤੱਕ ਪਹੁੰਚਾਇਆ ਹੈ। ਤੋਂ ਇਸ ਦੇ ਬਾਬਤ ਇਹ ਭਾਈ ਸਾਹਿਬ ਜੀ ਅੱਗੇ ਤੁਸੀਂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਤੋਲਦੇ ਪਏ ਹੋ ਕਿ ਉਹ ਗੁਰੂ ਨਾਨਕ ਦੇਵ ਜੀ ਦਾ ਰੂਪ ਹਨ। ਤੇ ਇਸ ਗੱਲ ਨੂੰ ਸੁਣ ਕੇ ਸਮਝ ਕੇ ਇੱਕ ਸਿੱਖ ਦੀ ਸੋਚ ਮੱਤ ਤੇ ਬੜੀ ਹੀ ਹੈਰਾਨੀ ਆਉਂਦੀ ਹੈ ਕਿ ਜਿਹੜਾ ਗੁਰਬਾਣੀ ਦੇ ਲੜ ਲੱਗਿਆ ਸਿੱਖ ਹੋਵੇ, ਜਿਸਨੇ ਗੁਰੂ ਗੁਰਬਾਣੀ ਨੂੰ ਕੀਤਾ ਹੋਵੇ ਔਰ ਜੋ ਗੁਰਬਾਣੀ ਪੜ੍ਹਦਾ ਹੋਵੇ, ਵਿਚਾਰਦਾ ਹੋਵੇ, ਉਹ ਇੱਕ ਆਕਾਰ ਤੱਕ ਸੀਮਤ ਰਹਿ ਜਾਵੇ ਤਾਂ ਬੜੀ ਹੈਰਾਨਗੀ ਦੀ ਗੱਲ ਹੈ। ਉਹ ਇੱਕ ਆਕਾਰ ਦਾ ਪੁਜਾਰੀ ਬਣ ਜਾਵੇ, ਬੜੀ ਹੈਰਾਨਗੀ ਦੀ ਗੱਲ ਆਉਂਦੀ ਹੈ ਕਿ ਗੁਰਬਾਣੀ ਤਾਂ ਨਿਰਾਕਾਰ ਦੀ ਗੱਲ ਕਰ ਰਹੀ ਹੈ, ਗਿਆਨ ਦੀ ਗੱਲ ਕਰ ਰਹੀ ਹੈ, ਧਿਆਨ ਦੀ ਗੱਲ ਕਰ ਰਹੀ ਹੈ, ਧਿਆਰੇ ਅੰਤਰ ਆਤਮਾ ਦੀ ਗੱਲ ਕਰ ਰਹੀ ਹੈ। ਤੋ ਅਸੀਂ ਅੱਜ ਵੀ ਆਕਾਰਾਂ ਦੇ, ਥਾਵਾਂ ਦੇ ਪੁਜਾਰੀ ਬਣ ਕੇ ਰਹਿ ਗਏ ਹਾਂ। ਜੇ ਅਸੀਂ ਕਹੀਏ ਕਿ ਜਾਗਰੂਕ ਹੈ ਭਾਈ ਸਾਹਿਬ ਸਾਨੂੰ ਜਗਾਉਂਦੇ ਹਨ, ਤੇ ਜਾਗਰੂਕਤਾ ਸਾਨੂੰ ਇੱਕ ਸਵੇਰ ਦਾ ਇੱਕ ਟਾਈਮ ਪੀਸ ਦਾ ਅਲਾਰਮ ਵੀ ਜਗਾਉਂਦਾ ਹੈ, ਜਾਗਰੂਕ ਉਹ ਵੀ ਕਰ ਦਿੰਦਾ ਹੈ। ਉੱਠ ਭਾਈ, ਉਹ ਵੀ ਘੰਟੀ ਵਜਾ ਕੇ ਜਗਾ ਦਿੰਦਾ ਹੈ। ਸੂਰਜ ਵੀ ਜਗਾ ਦਿੰਦਾ ਹੈ, ਭਾਈ ਉੱਠ ਉਜਾਲਾ ਹੋ ਗਿਆ। ਸੂਰਜ ਤਾਂ ਉਸ ਤੋਂ ਵੀ ਜ਼ਿਆਦਾ ਅਹਿਸਾਨ ਕਰ ਦਿੰਦਾ, ਜਗਾਉਂਦਾ ਵੀ ਹੈ, ਉੱਠੋ ਭਾਈ ਉਜਾਲਾ ਹੋ ਗਿਆ, ਔਰ ਸਾਨੂੰ ਦਿਖਾਉਂਦਾ ਵੀ ਦੇਖੋ ਭਾਈ ਦੁਨੀਆ ਦੇ ਰੰਗ ਵੇਖੋ, ਰੋਸ਼ਨੀ ਆ ਗਈ ਹੈ। ਕੁੱਕੜ ਵੀ ਬਾਂਗਾ ਦੇ ਕੇ ਜਗਾਉਂਦਾ ਹੈ, ਮਾਂ ਪਿਓ ਵੀ ਜਗਾਉਂਦੇ ਹਨ, ਕੰਮ ਦੀਆਂ ਜ਼ਿੰਮੇਵਾਰੀਆਂ ਵੀ ਜਗਾਉਂਦੀਆਂ ਹਨ, ਪਰੇਸ਼ਾਨੀਆਂ ਵੀ ਜਗਾਉਂਦੀਆਂ ਹਨ। ਅਸੀਂ ਉਹਨਾਂ ਦੇ ਪੁਜਾਰੀ ਦਾ ਨਹੀਂ ਬਣ ਜਾਂਦੇ। ਉਹ ਟਾਈਮ ਪੀਸ, ਉਹ ਸੂਰਜ ਦੇ ਅਸੀਂ ਕਿ ਪੁਜਾਰੀ ਬਣ ਜਾਂਦੇ। ਠੀਕ ਹੈ, ਸਾਨੂੰ ਜਾਗਰੂਕਤਾ ਦੀ ਲੋੜ ਹੈ, ਪਰ ਜਾਗਰੂਕਤਾ ਕਿੱਧਰ ਨੂੰ ਜਾਣੀ ਚਾਹੀਦੀ? ਜੇ ਅਸੀਂ ਕਿ ਜਾਗਰੂਕਤਾ ਸਾਨੂੰ ਤੋੜਨ ਵਾਸਤੇ ਹੈ, ਕਿ ਨਾ ਕਿ ਇਹ ਨਹੀਂ ਕਿ ਜੋੜਨ ਵਾਸਤੇ। ਅਸੀਂ ਜਾਗਰੂਕਤਾ ਕਰਨ ਵਾਲੇ ਨਾਲ ਜੋੜਨਾ ਪੈਂਦੇ, ਅਸੀਂ ਜਾਗਰੂਕਤਾ ਨਾਲ ਨਹੀਂ ਜੁੜਦੇ। ਅਸੀਂ ਜਾਗਰੂਕ ਕਰਨ ਕਰਵਾਉਣ ਵਾਲੇ ਨਾਲ ਹੀ ਜੁੜ ਜਾਂਦੇ ਹਾਂ। ਅਸੀਂ ਜਾਗਰੂਕ ਹੁੰਦੇ ਕਿਉਂ ਨਹੀਂ? ਅਸੀਂ ਆਪਣੇ ਆਪ ਨੂੰ ਅੰਦਰੋਂ ਕਿਉਂ ਨਹੀਂ ਜਗਾ ਪਾਉਂਦੇ ਕਿ ਅਸੀਂ ਜਾਗ ਪਈਏ? ਅੱਜ ਜੇ ਅਸੀਂ ਭਾਈ ਸਾਹਿਬ ਦੀ, ਮੈਂ ਫਿਰ ਬੇਨਤੀ ਕਰਾਂਗਾ, ਮੈਂ ਇੱਥੇ ਕੋਈ ਨਿੰਦਿਆ ਨਹੀਂ ਕਰ ਰਿਹਾ, ਕੋਈ ਚੁਗਲੀ ਨਹੀਂ ਕਰ ਰਿਹਾ ਕਿਸੇ ਦੀ। ਜੇ ਕਿਸੇ ਨੂੰ ਲੱਗੇ ਤਾਂ ਮੈਂ ਪਹਿਲੋਂ ਹੀ ਮਾਫੀ ਮੰਗਦਾ ਹਾਂ। ਮੈਂ ਕਿ ਜਾਗਰੂਕਤਾ ਦੀ ਗੱਲ ਕਰ ਰਿਹਾ ਹਾਂ। ਜੇ ਭਾਈ ਸਾਹਿਬ ਜੇ ਇੱਕ ਸਾਧੂ ਸੰਤ ਨੇ ਪੂਰਨ, ਜਿਉਂ ਕਹਿਣ ਕੇ ਨਹੀਂ ਮੈਂ ਸਾਧੂ ਸੰਤ ਨਹੀਂ, ਮੈਂ ਭਾਈ ਸਾਹਿਬ, ਤੇ ਭਾਈ ਸਾਹਿਬ ਵੀ ਕਿਸ ਨੂੰ ਕਿਹਾ ਜਾਂਦਾ ਹੈ? ਜਿਹੜਾ ਈਸ਼ਵਰ ਦਾ ਪਿਆਰਾ ਹੈ, ਜਿਹੜਾ ਵਾਹਿਗੁਰੂ ਦਾ ਪਿਆਰਾ ਹੈ। ਅੱਜ ਅਸੀਂ ਭਾਈ ਸਾਹਿਬ ਦੀ ਜਗ੍ਹਾ ਦੀ ਕੀਮਤ ਆਂਕੀ ਹੈ ਤੇ ਉਹ ਸਾਰੀ ਪਤਾ ਹੀ ਨਹੀਂ ਲੱਗੇਗਾ ਕਿੰਨੀ ਹੋਵੇਗੀ। ਔਰ ਭਾਈ ਸਾਹਿਬ ਕਹਿੰਦੇ ਨੇ ਕਿ ਮੈਂ ਸਾਰੇ ਸਿੱਖ ਸਮਾਜ ਨੂੰ, ਸਿੱਖ ਸੰਗਤ ਨੂੰ ਗੁਰਬਾਣੀ ਨਾਲ ਜੋੜ ਰਿਹਾ। ਪਰ ਇਹ ਤੁਸੀਂ ਵਿਚਾਰ ਕਰਕੇ ਵੇਖੋ, ਜੇ ਸੰਗਤ ਦੋਫਾੜ ਹੋ ਗਈ ਹੈ, ਸਿੱਖ ਧਰਮ ਦੋਫਾੜ ਹੋ ਗਿਆ ਹੈ। ਭਾਈ ਸਾਹਿਬ ਪ੍ਰਚਾਰਕ, ਸਾਧੂ ਸੰਤ ਜਿਹੜੇ ਵੀ ਸਿੱਖ ਸਮਾਜ ਦੇ ਹਨ, ਉਹਨਾਂ ਦਾ ਉਦੇਸ਼ ਕੀ ਹੈ? ਗੁਰਬਾਣੀ ਨੂੰ ਮੁੱਖ ਰੱਖ ਕੇ ਸਾਰਿਆਂ ਨੂੰ ਗੁਰਬਾਣੀ ਦੀ ਛਾਂ ਦੇ ਥੱਲੇ ਇਕੱਤਰਿਤ ਕਰਨਾ। ਗੁਰਬਾਣੀ ਇੱਕ ਬੋੜ ਹੈ, ਉਸ ਦੇ ਥੱਲੇ ਇਕੱਠਾ ਕਰਨਾ ਸਭ ਨੂੰ,
ਗੁਰਬਾਣੀ ਸਿਰਫ ਸਿੱਖ ਮਤ ਦੀ ਹੀ ਹੈ। ਪਹਿਲੇ ਤਾਂ ਆਪਾਂ ਇਹੀ ਵਿਚਾਰ ਕਰ ਲਈਏ ਕਿ ਗੁਰੂ ਨਾਨਕ ਦੇਵ ਜੀ ਦਾ ਜੋ ਧਰਮ ਅਪਣਾਇਆ ਸੀ ਉਹ ਇੱਕ ਸਿੱਖਾਂ ਦਾ ਸੀ। ਗੁਰਬਾਣੀ 'ਚ ਮਾਨਵਤਾ ਨੂੰ ਮਨੁੱਖਤਾ ਦਿੱਤੀ ਗਈ, ਜਿਸ ਨੂੰ ਕਹਿੰਦੇ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕਾ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮਾਂ ਵਾਲਾ, ਜਿਸ ਦੇ ਕਰਮ ਅੰਦਰੂਨੀ ਕਰਮ, ਜਿਹੜੇ ਦਿਖਾਵੇ ਵਾਲੇ ਨਹੀਂ। ਬਾਹਰੋਂ ਤਾਂ ਬੜੇ ਨਿਰਮਲੀਏ ਸਾਧੂ ਬਣੇ ਫਿਰਦੇ ਨੇ, ਬਾਹਰੋਂ ਤਾਂ ਬੜੇ ਨਿਰਮਲ ਸੰਤ ਬਣੇ ਫਿਰਦੇ ਨੇ, ਚਿੱਟੇ ਚੋਲੇ ਪਾ ਕੇ, ਚਿੱਟੀਆਂ ਦਸਤਾਰਾਂ ਬੰਨ ਕੇ, ਕਿਰਪਾਨਾਂ ਫੜ ਕੇ ਹੱਥ ਵਿੱਚ। ਬਾਹਰੋਂ ਤਾਂ ਨਿਰਮਲੇ ਬਹੁਤ ਬਣ ਗਏ ਨੇ, ਪਰ ਗੁਰੂ ਨਾਨਕ ਦੇਵ ਜੀ ਦਾ ਧਰਮ ਕਿਹੜਾ ਸੀ? ਨਿਰਮਲ ਕਰਮ ਵਾਲੇ ਨੂੰ, ਜਿਹਦੇ ਅੰਦਰੂਨੀ ਮਤ ਨਿਰਮਲ ਹੋ ਗਈ ਹੈ, ਜਿਸ ਦੀ ਸੋਚ ਵਿਚਾਰ ਨਿਰਮਲ ਹੋ ਗਈ, ਜਿਸ ਦੇ ਅੰਦਰੋਂ ਈਰਖਾ, ਹਰ ਤਰ੍ਹਾਂ ਦੀ ਈਰਖਾ, ਚਾਹੇ ਧਰਮ ਦੀ, ਚਾਹੇ ਮਜ਼ਹਬ ਦੀ ਹੈ, ਚਾਹੇ ਜਾਇਦਾਦ ਦੀ ਹੈ, ਕਿਸੇ ਵੀ ਤਰ੍ਹਾਂ ਦੀ ਈਰਖਾ ਜਿਹੜੀ ਉਹ ਖਤਮ ਹੋ ਗਈ ਹੈ। ਪਰ ਇੱਥੇ ਤਾਂ ਵੇਖਿਆ ਜਾਵੇ ਭਾਈ ਸਾਹਿਬ ਜੀ ਹਰ ਦੀਵਾਨ ਵਿੱਚ ਭੰਡੀ 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 ਹੀ ਕਰਦੇ ਰਹਿੰਦੇ ਹਨ। ਉਹ ਵੀ ਗੈਰ ਧਰਮ ਦੀ ਨਹੀਂ, ਆਪਣੇ ਹੀ ਧਰਮਾਂ ਦੀ। ਫਿਰ ਕੀ ਦਾਅਵੇ ਕਰਦੇ ਨੇ? ਮੈਨੂੰ ਜੀ ਮੇਰੇ ਨਾਲ ਲਾਈਵ ਡਿਬੇਟ ਕਰੋ। ਤੁਸੀਂ ਬਹੁਤ, ਇਹਦਾ ਮਤਲਬ ਕਿ ਤੁਹਾਡੇ ਕੋਲ ਤਾਂ ਗਿਆਨ ਦਾ ਭੰਡਾਰ ਹੈ, ਭੰਡਾਰ ਕੇ ਹੰਕਾਰ ਹੈ। ਜੇ ਤੁਹਾਡੇ ਕੋਲ ਗਿਆਨ ਹੁੰਦਾ, ਤੁਸੀਂ ਮਾਨਵਤਾ ਨੂੰ ਜੋੜਦੇ, ਤੁਸੀਂ ਇਹ ਸਿੱਖ ਸਮਾਜ ਨੂੰ ਇੱਕ ਕਰਦੇ, ਫਿਰ ਹਿੰਦੂ, ਮੁਸਲਿਮ, ਈਸਾਈ ਨੂੰ ਵੀ ਇੱਕ ਕਰਦੇ। ਇਹ ਆ ਸੰਤ ਦੀ ਪਰਿਭਾਸ਼ਾ, ਇਹ ਆ ਇੱਕ ਗੁਰਸਿੱਖ ਦੀ ਪਰਿਭਾਸ਼ਾ। ਸਿੱਖ ਦਾ ਕੋਈ ਜ਼ਾਤ ਮਜ਼ਹਬ ਨਹੀਂ ਹੁੰਦੀ, ਸਿੱਖ ਦਾ ਕੋਈ ਧਰਮ ਨਹੀਂ। ਸਿੱਖ ਇੱਕ ਸਿੱਖ ਹੈ ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ। ਤੂੰ ਗੁਰਬਾਣੀ ਦਾ ਹੁਕਮ ਕੱਢ ਕੇ ਵੇਖੋ ਕਿੱਥੇ ਭੇਦਭਾਵ ਦਿੱਤੇ ਗਏ ਨੇ। ਜੇ ਅਸੀਂ ਗੁਰੂ ਦੇ ਹੁਕਮ ਤੇ ਚੱਲਦੇ ਪਏ ਹਾਂ, ਗੁਰੂ ਦਾ ਸਿੱਖ ਬਣ ਕੇ ਬੈਠੇ ਹਾਂ, ਤੇ ਗੁਰਬਾਣੀ ਗੁਰੂ ਹੈ, ਤੇ ਉਸ ਗੁਰੂ ਦੇ ਹੁਕਮ ਵਿੱਚੋਂ ਕੱਢੋ ਕਿੱਥੇ ਉਹਨਾਂ ਨੇ ਮਾਨਵਤਾ ਨੂੰ ਵੰਡਿਆ ਹੈ, ਇਨਸਾਨ ਨੂੰ ਵੰਡਿਆ ਹੈ, ਜਾਂ ਇਨਸਾਨੀਅਤ ਨੂੰ ਵੰਡਿਆ ਹੈ। ਗੁਰਬਾਣੀ ਦਾ ਪੰਨਾ ਪੰਨਾ, ਅੱਖਰ ਅੱਖਰ ਜੋੜਦਾ ਪਿਆ ਹੈ। ਗੁਰੂ ਨਾਨਕ ਦਾ ਧਰਮ ਜੋੜਦਾ ਪਿਆ ਹੈ, ਉਹ ਤੋੜਦਾ ਨਹੀਂ ਪਿਆ। ਮੰਨਦੇ ਹਾਂ ਕਈ ਅਵਗੁਣ ਹੁੰਦੇ ਨੇ, ਅਵਗੁਣਾਂ ਨੂੰ ਸਿਖਾਇਆ ਜਾਂਦਾ ਹੈ, ਸਮਝਾਇਆ ਜਾਂਦਾ ਹੈ, ਤੋੜਿਆ ਨਹੀਂ ਜਾਂਦਾ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕਿਹੜੇ 10 ਗੁਰੂਆਂ ਵਿੱਚੋਂ ਕਿੰਨਾ ਨੇ ਇੱਕ ਧਰਮ ਦਾ ਉਪਦੇਸ਼ ਦਿੱਤਾ, ਇਨਸਾਨੀਅਤ ਦਾ, ਮਾਨਵਤਾ ਦਾ, ਔਰ ਗੁਰਸਿੱਖ ਨੂੰ ਉਪਦੇਸ਼ ਦਿੱਤਾ। ਗੁਰਸਿੱਖ ਕੌਣ? ਜਿਸ ਵਿੱਚ ਜਾਤ ਮਜ਼ਹਬ ਨਹੀਂ, ਜਿਹੜਾ ਗੁਰੂ ਦਾ ਸਿੱਖ ਹੈ, ਜਿਸ ਨੂੰ ਹਿੰਦੀ 'ਚ ਕੀ ਕਿਹਾ ਜਾਵੇ? ਗੁਰੂ ਸ਼ਿਸ਼ਿਆ, ਸਟੂਡੈਂਟ। ਭਾਈ ਸਾਹਿਬ ਜੀ ਦੀ ਗੱਲ ਕਰੀਏ, ਭਾਈ ਸਾਹਿਬ ਕਹਿੰਦੇ ਨੇ ਕਿ ਮੈਂ ਹਰ ਇੱਕ ਇਨਸਾਨ ਨੂੰ ਆਪਣੀ ਲੱਤਾਂ ਤੇ ਖੜੇ ਕਰਦਾ, ਪਰ ਤੁਹਾਡਾ ਵਹਿਮ ਲੱਤਾਂ ਤੇ ਨਹੀਂ, ਤੁਸੀਂ ਗੁਲਾਮ ਕਰਾ ਦਿੱਤਾ ਉਸਨੂੰ। ਗੁਰਬਾਣੀ ਤੋਂ ਕਟਾ ਕੇ ਤੁਸੀਂ ਆਪਣੀਆਂ ਗੱਲਾਂ 'ਚ ਫਸਾ ਲਿਆ ਹੈ। ਗੁਰਬਾਣੀ ਲੱਤਾਂ ਤੇ ਖੜੇ ਕਰਦੀ ਆ, ਤੁਸੀਂ ਕੌਣ ਹੁੰਦੇ ਹੋ ਕਿਸੇ ਨੂੰ ਕਿਸੇ ਦੀ ਲੱਤਾਂ ਤੇ ਖੜੇ ਕਰਨ ਵਾਲੇ? ਗੁਰਬਾਣੀ ਕਰ ਸਕਦੀ ਹੈ, ਪਰ ਜੇ ਗੁਰਬਾਣੀ ਨੂੰ ਅਮਲ ਵਿੱਚ ਲਿਆਂਦਾ ਜਾਵੇ ਤਾਂ ਇਹ ਨਹੀਂ ਕਿ ਸੁਣ ਕੇ ਗਾ ਕੇ, ਨਹੀਂ ਤੇ ਇੰਨੇ ਕੀਰਤਨੀਆਂ ਨੇ, ਉਮਰਾਂ ਹੋ ਗਈਆਂ ਨੇ, ਪੁੱਛੋ ਲੱਤਾਂ ਤੇ ਖੜੇ ਹੋ ਗਏ? ਪ੍ਰਚਾਰਕ ਨੇ ਸਿੱਖ ਸਮਾਜ ਵਿੱਚ ਲੱਤਾਂ ਤੇ ਖੜੇ ਹੋ ਗਏ। ਪੜ੍ਹਿਆ ਸੁਣਿਆ ਨਹੀਂ, ਅਮਲ ਕੀਤਿਆਂ। ਜਿੰਨਾ ਚਿਰ ਉਹ ਅਮਲਾਂ ਵਿੱਚ ਨਹੀਂ ਆਏ, ਜਿੰਨਾ ਚਿਰ ਰਵਾਨਗੀ ਨਹੀਂ ਬਣੀ, ਖੂਨ ਦੀ ਮੱਤ ਤੱਕ ਨਹੀਂ ਪਹੁੰਚੀ, ਕਿਵੇਂ ਕੋਈ ਲੱਤਾਂ ਤੇ ਖੜਾ ਹੋ ਜਾਏਗਾ? ਲੱਤਾਂ ਤੇ ਖੜਾ ਹੋਣਾ ਇਹ ਨਹੀਂ ਜੇ ਤਾਕਤ ਆ ਗਈ ਲੱਤਾਂ ਤੇ, ਉਹ ਭਾਵੇਂ ਬਜ਼ੁਰਗ ਨੇ, ਭਾਵੇਂ ਮੰਜੇ ਤੇ ਪਿਆ ਹੋਇਆ, ਪਰ ਉਹ ਅਧਿਆਤਮਕ ਦੇ ਵਜੂਦ ਵਿੱਚ ਖੜਾ ਹੋ ਗਿਆ, ਜਿੰਦਾ ਹੋ ਗਿਆ, ਉਹ ਆ ਲੱਤਾਂ ਤੇ ਖੜਾ ਹੋਣਾ। ਇਹ ਨਹੀਂ ਅਸੀਂ ਜੋਸ਼ ਭੜ ਕੇ ਦੂਸਰੇ ਕਿਰਪਾਨਾਂ ਫੜਾ ਦਈਏ, ਇੱਕ ਦੂਸਰੇ ਦੇ ਉਲਟ ਕਰ ਦਈਏ, ਦੇਖੋ ਜੀ ਅਸੀਂ ਇਹਨੂੰ ਲੱਤਾਂ ਤੇ ਖੜਾ ਕਰ ਦਿੱਤਾ। ਸਿੱਖ ਦੀ ਪਹਿਲਾਂ ਪਰਿਭਾਸ਼ਾ ਜਾਣੀ ਹੈ। ਸਿੱਖ ਕਿਸ ਨੂੰ ਕਹਿੰਦੇ ਨੇ? ਕਿ ਇੱਕ ਕੱਟੜਤਾ ਦਾ ਨਾਂ ਸਿੱਖ ਹੈ, ਕਰੂਰਤਾ ਦਾ ਨਾਂ ਸਿੱਖ ਹੈ। ਸਿੱਖ ਇੱਕ ਹਲੀਮੀ ਨਾਲ ਭਰਿਆ ਹੋਇਆ ਖਜ਼ਾਨਾ ਹੈ, ਸਬਰ ਸੰਤੋਖ ਨਾਲ ਭਰਿਆ ਹੋਇਆ ਖਜ਼ਾਨਾ ਹੈ, ਜਿਸ ਦੇ ਕੋਲੋਂ ਜਿੰਨਾ ਮਰਜ਼ੀ ਲੁੱਟ ਵੀ ਲਵੋ ਤਾਂ ਵੀ ਉਹਦੇ 'ਚ ਘਾਟਾ ਨਹੀਂ ਪਵੇਗਾ। ਸਬਰ, ਸੰਤੋਖ, ਹਲੀਮੀ, ਸਿਦਕ, ਜਿਹੜਾ ਕਿ ਜੋ ਜਾਣੇ ਆਪਸ ਕੋ ਨੀਚਾ। ਨੀਵੇਂ ਤੋਂ ਨੀਵੇਂ ਹੋਣ ਦਾ ਨਾਂ ਸਿੱਖੀ ਹੈ। ਸਿੱਖੀ ਐਵੇਂ ਨਹੀਂ ਕਿਹਾ ਗਿਆ ਤਿੱਖੀ ਹੈ, ਐਵੇਂ ਨਹੀਂ ਮਾਰੇ ਨੇ ਕਿਹਾ ਭਾਈ ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਜਿਉਂ ਤੋਂ ਪ੍ਰੇਮ, ਇਹ ਪ੍ਰੇਮ ਦੀ ਖੇਡ ਆ, ਇਹ ਪਿਆਰ ਦੀ ਖੇਡ ਜਾਂ ਮਾਇਆ ਦੀ ਖੇਡ ਜਾਂ ਵਿਖਾਵੇ ਦੀ ਖੇਡ ਨਹੀਂ ਗੀ। ਸਿੱਖੀ ਪ੍ਰੇਮ ਦੀ ਖੇਡ ਹੈ। ਪ੍ਰੇਮ ਅੰਦਰ ਹੁੰਦਾ ਹੈ। ਨਾ ਪਹਿਰਾਵੇ 'ਚ ਪ੍ਰੇਮ ਆ ਸਕਦਾ ਹੈ,
ਨਾ ਧਾਰਮਿਕ ਥਾਵਾਂ ਤੇ ਪ੍ਰੇਮ ਆ ਸਕਦਾ ਹੈ, ਨਾ ਦਸਤਾਰਾਂ 'ਚ, ਨਾ ਕਕਾਰਾਂ 'ਚ ਪ੍ਰੇਮ ਆ ਸਕਦਾ ਹੈ। ਪ੍ਰੇਮ ਤਾਂ ਤੁਹਾਡੀ ਅੰਤਰ ਆਤਮਾ ਦੇ ਵਿੱਚ ਹੈ, ਜਿਹੜਾ ਕਿ ਗੁਰਬਾਣੀ ਨੂੰ ਅਮਲ ਕੀਤਿਆਂ ਹੀ ਪੈਦਾ ਹੋਣਾ ਹੈ। ਉਸ ਪ੍ਰੇਮ ਤੋਂ ਬਿਨਾਂ ਸਿੱਖੀ ਦੀ ਰਾਹ ਨਹੀਂ ਮਿਲਣੀ। ਭਾਈ ਸਾਹਿਬ ਜੀ ਦੀ ਗੱਲ ਇੱਕ ਮੈਂ ਪਹਿਲਾਂ ਸਮਾਗਮ ਸੁਣਿਆ, ਸੋਚੇ ਨੇ ਆਪ ਹੀ ਕਿਹਾ ਸੀ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰੂ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹੱਕ ਪਰਾਇਆ ਕਿਸ ਨੂੰ ਕਿਹਾ ਜਾਂਦਾ? ਜਿਹੜਾ ਕਿ ਮੇਰੀ ਮਿਹਨਤ ਵੀ ਨਹੀਂ, ਕਈ ਵਾਰੀ ਅਸੀਂ ਮਿਹਨਤ ਕਰਦੇ ਹਾਂ। ਇਹਦੀ ਉਦਾਹਰਨ ਦਾ ਇੱਕ ਮਿਹਨਤ ਕਰ ਰਿਹਾ ਬੰਦਾ, ਉਹਦੀ ਦਿਹਾੜੀ 500 ਰੁਪਇਆ ਜਾਂ 1000 ਰੁਪਇਆ ਹੈ। ਪਹਿਲਾਂ ਤਾਂ ਵੇਖੇਗਾ ਕਿ ਮੈਂ 500 1000 ਦੇ ਬਰਾਬਰ ਦਾ ਉਸ ਮਾਲਕ ਨੂੰ ਕੰਮ ਕਰਕੇ ਦਿੱਤਾ ਹੈ, ਕੀ ਮੈਂ ਉਸਨੂੰ ਇਸ ਦੇ ਮੁਤਾਬਕ ਪੂਰਾ ਜਿੰਨਾ ਮੇਰਾ ਹੱਕ ਬਣਦਾ ਸੀ ਮੈਂ ਕਿ ਪਹਿਲਾਂ ਉਸਨੂੰ ਦਿੱਤਾ ਹੈ, ਫਿਰ ਮੈਂ ਆਪਦਾ ਹੱਕ ਲਵਾਂ। ਜੇ 400 ਦਾ ਕੰਮ ਕੀਤਾ, ਮੈਂ ਵਿੱਚੋਂ ਘੰਟਾ 2 ਘੰਟੇ ਮਸਤੀ ਮਾਰੀ ਆ, ਤੇ ਮੇਰਾ 400 ਲੈਣ ਦਾ ਹੀ ਹੱਕ ਆ। ਪਰ ਇਹ ਜਿਹੜਾ ਜ਼ਮੀਰ ਹੈ ਨਾ, ਇਹ ਜਿਹੜੀ ਸਿੱਖੀ ਆ, ਇਹ ਬਹੁਤ ਘੱਟ ਮਨਾਂ ਵਿੱਚ ਆਉਂਦੀ ਆ। ਉਹ ਕਹਿੰਦਾ ਲੈ ਲਓ, ਕਿਹੜਾ ਕੋਈ ਵੇਖਦਾ ਮੈਂ ਦਿਹਾੜੀ ਪੂਰੀ ਕੀਤੀ ਆ, ਪਰ ਉਹ ਇਹ ਨਹੀਂ ਵੇਂਦਾ ਕਿ ਮੈਂ ਕਿਵੇਂ ਦਿਹਾੜੀ ਪੂਰੀ ਲਾਈ ਵੀ ਆ, ਕੀ ਮੈਂ ਦਿਹਾੜੀ ਪੂਰੀ ਲਾਈ ਵੀ ਹੈ, ਕੀਤੀ ਹੈ। ਕਈ ਵਾਰੀ ਸਾਨੂੰ ਟਿਪ ਮਿਲ ਜਾਂਦੀ, ਉਹ 500 ਦੀ ਜਗ੍ਹਾ 600 ਦਿੰਦਾ, ਅਸੀਂ ਬੜੀ ਸ਼ਾਨ ਲੈ ਲਾਂਗੇ, ਦੇ ਦਿਓ, ਕੋਈ ਨਹੀਂ, ਦਿੱਤਾ ਹੀ ਆ। ਪਰ ਵੇਖੀਏ ਕੀ ਮੇਰਾ ਹੱਕ ਬਣਦਾ ਸੀ ਇਸ ਤੇ, ਕੀ ਮੇਰਾ ਹੱਕ ਇੰਨਾ ਮੈਂ ਅਦਾ ਕੀਤਾ ਸੀ ਪਹਿਲੋਂ ਜਿੰਨਾ ਅੱਜ ਮੈਂ ਲੈਣ ਡਿਆ? ਉਹ ਹੱਕ ਹੈ। ਮਿਹਨਤ ਔਰ ਹੱਕ ਦੋਵੇਂ ਚੀਜ਼ਾਂ ਸਿੱਖੀ ਨੇਤਰ ਦੇ ਨਾਲ ਵੇਖਣ ਵਾਲੀਆਂ ਨੇ, ਸਿੱਖੀ ਨਿਗਾਹ ਨਾਲ ਵੇਖਣ ਵਾਲੀਆਂ ਨੇ, ਜਿਸ ਨੂੰ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ। ਜਿਸ ਨੂੰ ਕਹਿੰਦੇ ਨੇ ਇੱਕ ਹਿੰਦੂ ਦੇ ਲਈ ਗਾਂ ਖਾਣੀ ਮਹਾ ਪਾਪ ਗਿਣਿਆ ਜਾਂਦਾ, ਔਰ ਮੁਸਲਮਾਨ ਦੇ ਲਈ ਸੂਰ ਖਾਣਾ ਮਹਾ ਪਾਪ ਗਿਣਿਆ ਜਾਂਦਾ ਹੈ, ਤੇ ਗੁਰਸਿੱਖ ਦੇ ਲਈ ਪਰਾਇਆ ਹੱਕ ਕਮਾਈ ਧਨ ਮਹਾ ਪਾਪ ਹੈ। ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਫਿਰ ਪਰਾਇਆ ਹੱਕ, ਹਰਾਮ ਦਾ ਕਹਿ ਲਓ, ਹਲਾਲ ਦਾ ਨਹੀਂ, ਹੱਕ ਦਾ ਨਹੀਂ। ਕਹਿੰਦੇ ਜਿਸ ਨੂੰ ਅਸੀਂ ਗੁਰੂ ਪੀਰ ਮੰਨਦੇ ਹਾਂ, ਆਪਦਾ ਆਗੂ ਮੰਨਦੇ ਹਾਂ, ਦਰਗਾਹ 'ਚ ਖੜੇ ਹੋਣ ਵਾਲਾ ਗਵਾਹ ਮੰਨਦੇ ਹਾਂ, ਉਹ ਤਾਂ ਹੀ ਹਾਮੀ ਭਰੂ ਜਿਵੇਂ ਹੱਕ ਹਲਾਲ ਵਿੱਚ ਆਪਣਾ ਜੀਵਨ ਬਤੀਤ ਕੀਤਾ ਹੈ। ਅਸੀਂ ਤਾਂ ਗੁਰਬਾਣੀ ਨੇ ਵੀ ਵਪਾਰ ਕੀਤਾ ਹੋਇਆ। ਬੁਰਾ ਨਾ ਮਨਾਣਾ, ਗੱਲ ਸੱਚੀ ਆ। ਜਿੰਨੇ ਵੀ ਕੀਰਤਨੀਆਂ ਨੇ ਸਿੱਖ ਸਮਾਜ ਵਿੱਚ, ਕੀ ਇਹਨਾਂ ਨੇ ਹੱਕ ਦਾ ਖਾਧਾ? ਅਸੀਂ ਕੀਰਤਨ ਨੂੰ ਵਪਾਰ ਕਰਕੇ ਕੋਠੀਆਂ ਬਣਾਈਆਂ ਨੇ, ਕਾਰਾਂ ਚੱਲ ਰਹੀਆਂ ਨੇ, ਕੀਰਤਨ ਹੀ ਵੇਚਿਆ ਸਾਰੀ ਜ਼ਿੰਦਗੀ। ਈਸ਼ਵਰ ਦੀ ਉਸਤਤੀ ਹੀ ਵੇਚੀ ਹੈ, ਉਹ ਵੀ ਅਸੀਂ ਗੁਰਬਾਣੀ 'ਚੋਂ ਪੜ੍ਹ ਕੇ, ਆਪਣੀ ਕਮਾਈ 'ਚੋਂ ਨਹੀਂ, ਅਨੁਭਵ 'ਚੋਂ, ਅਭਿਆਸ 'ਚੋਂ ਨਹੀਂ। ਅਸੀਂ ਗਲਾ ਸੁਰ ਕਰਨਾ ਜ਼ਰੂਰ ਅਸੀਂ ਸਿੱਖਿਆ, ਗਲਾ ਸੁਰ ਕਰ ਲਈਏ, ਪਰ ਅਸੀਂ ਇਹ ਨਹੀਂ ਸੋਚਿਆ ਕਿ ਮਨ ਨੂੰ ਗੁਰਬਾਣੀ ਦੇ ਨਾਲ ਸੁਰ ਰਲਾ ਦਈਏ, ਭਾਵੇਂ ਮੇਰਾ ਗਲਾ ਸੁਰ ਹੋਵੇ ਭਾਵੇਂ ਨਾ ਹੋਵੇ। ਨਹੀਂ, ਮੈਂ ਹਾਰਮੋਨੀਅਮ ਸਿੱਖਣਾ ਮੁੱਖ ਰੱਖਿਆ, ਮੈਂ ਤਬਲਾ ਸਿੱਖਣਾ ਮੁੱਖ ਰੱਖਿਆ, ਕਿਉਂਕਿ ਮੈਂ ਕੀਰਤਨੀਆ ਬਣਨਾ। ਮੈਂ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਬਣਨਾ। ਔਰ ਹਜ਼ੂਰੀ ਰਾਗੀ ਦੀ ਪਰਿਭਾਸ਼ਾ ਇੱਕ ਆਪਣੇ ਆਪ ਨੂੰ ਵੇਖੋ, ਹਜ਼ੂਰੀ ਰਾਗੀ ਕੌਣ ਆ? ਜਿਹੜਾ ਉਸ ਮਾਲਕ ਜਿਸ ਦੀ ਇਹ ਗੁਰਬਾਣੀ ਹੈ, ਧੁਰ ਦੀ ਗੁਰਬਾਣੀ ਹੈ, ਉਸ ਇੱਕ ਓਂਕਾਰ ਦੀ ਗੁਰਬਾਣੀ ਹੈ, ਉਸ ਨਿਰਾਕਾਰ ਦੀ ਗੁਰਬਾਣੀ ਹੈ। ਜਦੋਂ ਗੁਰਬਾਣੀ ਉਸ ਦੀ ਹਜ਼ੂਰੀ 'ਚ ਬੈਠ ਕੇ ਆਪਣੇ ਅਨੁਭਵ ਦੇ ਸ਼ਬਦਾਂ ਨਾਲ ਗਾਵਾਂਗੇ, ਉਹ ਨਜ਼ਰਾਂ ਦੇ ਸਾਹਮਣੇ ਬੈਠਾ ਹੋਵੇਗਾ ਮਾਲਕ, ਫਿਰ ਹਜ਼ੂਰੀ ਰਾਗੀ ਅਸੀਂ ਗਿਣੇ ਜਾਵਾਂਗੇ। ਦਰਬਾਰ ਸਾਹਿਬ ਵਿੱਚ ਕਿੰਨੇ ਹਜ਼ੂਰੀ ਆਏ, ਕਿੰਨੇ ਹਜ਼ੂਰੀ ਰਾਗੀ ਚਲੇ ਗਏ। ਇਹਨਾਂ ਨੂੰ ਪੁੱਛੇ ਕਿ ਈਸ਼ਵਰ ਦੀ ਕਿੰਨੀ ਕੁ ਹਜ਼ੂਰੀ ਤੁਸੀਂ ਮਹਿਸੂਸ ਕੀਤੀ ਹੈ, ਉਸ ਮਾਲਕ ਦੀ, ਉਸ ਨਿਰਾਕਾਰ ਦੀ ਵਿੱਚ ਦਰਬਾਰ ਸਾਹਿਬ ਦੇ ਬਹਿ ਕੇ ਵੀ ਕਿੰਨੀ ਕੁ ਤੁਸੀਂ ਉਹਦੀ ਹਜ਼ੂਰੀ, ਕਿੰਨੀ ਕੁ ਤੁਸੀਂ ਉਹਦੀ ਅਨਹਦ ਦੀ ਆਵਾਜ਼ ਸੁਣੀ ਹੈ, ਕਿੰਨੀ ਕੁ ਉਸਦੀ ਅਨਹਦ ਤੁਹਾਨੂੰ ਤੁਸੀਂ ਮਹਿਸੂਸ ਕੀਤਾ ਹੈ। ਹਜ਼ੂਰੀ ਰਾਗੀ ਅਸੀਂ ਮੋਹਰ ਲਵਾਉਣਾ ਚਾਹੁੰਦੇ ਹਾਂ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਸੀਂ ਮੋਹਰ ਲਵਾਉਣਾ ਚਾਹੁੰਦੇ ਹਾਂ ਕਿ ਮੇਰੇ ਤੇ ਮੋਹਰ ਲੱਗ ਜੂ, ਮੈਨੂੰ ਬਾਹਰ ਆਉਣਾ ਜਾਣਾ ਸੌਖਾ ਹੋ ਜੂ, ਮੇਰੀ ਦੁਨੀਆ 'ਚ ਵਾਹ ਵਾਹ ਹੋਊ, ਕਿਉਂਕਿ ਹਜ਼ੂਰੀ ਰਾਗੀ ਆ। ਮੈਨੂੰ ਲੋਕਾਂ ਦੇ ਵਿੱਚ ਪ੍ਰੋਗਰਾਮ ਜ਼ਿਆਦਾ ਮਿਲਣਗੇ, ਮੇਰਾ ਜਿਹੜਾ ਲੈਣ ਦਾ ਉਪਰਾਰਾ
ਮੇਰੀ ਜਿਹੜੀ ਫੀਸ ਆ ਨਾ ਉਹ ਵੱਧ ਜਾਵੇਗੀ। ਕਿਉਂ? ਅਸੀਂ ਹਜ਼ੂਰੀ ਰਾਗੀ ਤੋਂ ਕੀਰਤਨ ਕਰਵਾਇਆ ਜੀ ਘਰੇ। ਹਜ਼ੂਰੀ, ਹਜ਼ੂਰ ਦੇ ਕੋਲ ਹੋਣਾ। ਤੇ ਹਜ਼ੂਰ ਕਿੱਥੇ? ਹਜ਼ੂਰ ਤਾਂ ਮੇਰੇ ਅੰਗ ਸੰਗ ਬਾਹਰ, ਪਹਿਲੋਂ ਮੇਰੇ ਅੰਦਰ ਆ, ਤੋਰ ਅੰਦਰ। ਜਾਤ ਮੈਂ ਜੋਤ, ਜੋਤ ਮੈਂ ਜਾਤਾ। ਅਸੀਂ ਤਾਂ ਜਾਤ ਵਿੱਚ ਹੀ ਉਲਝੇ ਪਏ ਆ, ਸਰੀਰ 'ਚ ਹੀ ਉਲਝੇ ਪਏ ਆ। ਕਕਾਰ ਪਾਉਣੇ, ਦਸਤਾਰ ਪਾਉਣੀ ਹੈ। ਜੋਤ, ਜੋਤ 'ਚ ਜਾ ਕੇ ਦੇਖਣਾ ਗੁਰ ਸਿੱਖੋ, ਜਾਤ ਦਾ ਵਹਿਮ ਭਰਮ ਆਪਣੇ ਆਪ ਹੀ ਮਰ ਮਿਟ ਜਾਵੇਗਾ। ਜੋਤ ਇੱਕ ਉਸ ਮਾਲਕ ਦੀ ਹੈ, ਉਸ ਨਿਰਾਕਾਰ ਦੀ ਦੇਖੇਗਾ। ਨਾ ਦਸਤਾਰ ਕੰਮ ਦੇ ਰਹੀ ਆ, ਨਾ ਸੁਨਤ ਕੰਮ ਦੇ ਰਹੀ ਆ, ਨਾ ਮੁੰਡਨ ਕੰਮ ਦੇ ਰਿਹਾ, ਨਾ ਗੁਰਦੁਆਰਾ ਮੰਦਿਰ ਕੰਮ ਦੇ ਰਿਹਾ। ਉੱਥੇ ਤਾਂ ਜੋਤ ਹੀ ਜੋਤ, ਜੋਤ ਹੀ ਜੋਤ ਹੈ। ਮੰਨ ਸਕਦੇ ਹਾਂ ਕਕਾਰ ਤੁਹਾਨੂੰ ਉੱਥੋਂ ਤੱਕ ਲਿਜਾਣ 'ਚ, ਇਹ ਸੁਨਤ ਤੁਹਾਨੂੰ ਸਿਖਾਉਣ 'ਚ। ਇਹ ਸਿੱਖਿਆਵਾਂ ਨੇ ਕਿ ਅਸੀਂ ਸਿੱਖੀਆਂ, ਕਕਾਰਾਂ ਨੂੰ ਸਿੱਖਿਆ ਸੀ। ਅਸੀਂ ਸੁਨਤ ਦੀ ਪਰਿਭਾਸ਼ਾ ਸਿੱਖੀ, ਅਸੀਂ ਮੁੰਡਨ ਦੀ ਪਰਿਭਾਸ਼ਾ ਸਿੱਖੀ, ਅਸੀਂ ਅਪਣਾ ਲਿਆ, ਸਭ ਨੂੰ ਅਪਣਾ ਲਈਏ ਬਸ। ਕਕਾਰਾਂ ਦੀ ਪਰਿਭਾਸ਼ਾ ਕੀ ਸੀ? ਸੁਨਤ ਦਾ ਮਤਲਬ ਕੀ ਸੀ? ਮੁੰਡਨ ਦਾ ਮਤਲਬ ਕੀ ਸੀ? ਜੇ ਇਹ ਸੱਚ ਸੀ ਤਾਂ ਅਜੇ ਤੱਕ ਅਸੀਂ ਜੋਤ ਤੱਕ ਕਿਉਂ ਨਹੀਂ ਪਹੁੰਚ ਪਾਏ? ਜੋਤ ਤੱਕ ਨਹੀਂ ਪਹੁੰਚ ਪਾਏ। ਉਸ ਜੋਤ ਦੀ ਰੌਸ਼ਨੀ 'ਚ, ਉਸ ਉਜਾਲੇ ਵਿੱਚ, ਉਸ ਗਿਆਨ ਵਿੱਚ, ਉਸ ਅਨੁਭਵ ਵਿੱਚ ਅਸੀਂ ਉਸ ਜਾਤੇ ਦੇ ਦਰਸ਼ਨ ਕਰਨੇ ਨੇ। ਉਹ ਹੈ ਹਜ਼ੂਰ। ਜਦੋਂ ਉਸ ਹਜ਼ੂਰ ਦੀ ਹਜ਼ੂਰੀ 'ਚ ਬਹਿ ਕੇ ਕੀਰਤਨ ਦੇ ਕੋਈ ਦੋ ਸ਼ਬਦ ਆਪਣੇ ਅਨੁਭਵ ਤੋਂ, ਆਪਣੇ ਬਿਆਸ ਤੋਂ ਤੂੰ ਕਵਾਂਗੇ, ਕੁਛ ਵੀ ਬੋਲਾਂਗੇ, ਤੂੰ ਹੀ ਤੂੰ ਕਵਾਂਗੇ, ਮਾਧੋ ਕਵਾਂਗੇ, ਰਾਮ ਕਵਾਂਗੇ, ਬੀਠਲ ਕਵਾਂਗੇ, ਈਸ਼ਵਰ ਕਵਾਂਗੇ, ਵਾਹਿਗੁਰੂ ਕਵਾਂਗੇ, ਅੱਲਾ ਕਵਾਂਗੇ, ਸਾਈਂ ਕਵਾਂਗੇ, ਪਤਾ ਨਹੀਂ ਕਿੰਨੇ ਨਾਵਾਂ ਨਾਲ ਉਸ ਨੂੰ ਸੰਬੋਧਨ ਕਰਾਂਗੇ, ਕਿਉਂਕਿ ਉਹਦਾ ਤਾਂ ਕੋਈ ਇੱਕ ਨਾਮ ਹੀ ਨਹੀਂ ਹੈਗਾ। ਉਦੋਂ ਹਜ਼ੂਰੀ ਰਾਗੀ ਦੀ ਸਾਨੂੰ ਉਪਾਧੀ ਮਿਲੇਗੀ, ਅਵਸਥਾ ਮਿਲੇਗੀ। ਇੱਥੇ ਮਹਾਰਾਜ ਜੀ ਫਰਮਾਉਂਦੇ ਨੇ, ਗੁਰੂ ਪੀਰ ਹਾਮਾ। ਜੇ ਗੁਰੂ ਪੀਰ ਗਵਾਹੀ ਉੱਥੇ ਤਾਂ ਹੀ ਭਰੇਗਾ ਜੇ ਤੂੰ ਮੁਰਦਾਰ ਨਹੀਂ ਖਾਦਾ ਹੋਵੇਗਾ। ਤੇ ਹੁਣ ਇੱਥੇ ਵੇਖਿਏ, ਕੀਰਤਨ ਕਰਕੇ ਚੜਾਵਾ ਲੈਣਾ, ਪ੍ਰਚਾਰ ਕਰਕੇ ਪੈਸਾ ਲੈਣਾ, ਗੋਲ ਕਲੋਨੀ ਕੀ ਹੈ? ਮੁਰਦਾਰ ਨਹੀਂ ਗਾ। ਮੈਂ ਆਪਣੀ ਵਿਦਿਆ ਨੂੰ ਵਪਾਰ ਕਰ ਰਿਹਾ, ਮੈਂ ਤਾਂ ਆਪਣੇ ਸ਼ਬਦਾਂ ਨੂੰ ਵੇਚ ਰਿਹਾ, ਮੈਂ ਮੁਰਦਾਰ ਨਹੀਂ ਖਾ ਰਿਹਾ। ਦਾਨ ਅਹਿਸਾਨ, ਦਾਨ ਅਹਿਸਾਨ ਤੁਸੀਂ ਆਪਣੇ ਹੀ ਵਿਚਾਰ ਨਾਲ ਵੇਖੋ ਕਿ ਇਹ ਹੱਕ ਹੈ। ਗੋਲਕ ਵਿੱਚ ਦਾਨ ਹੈ, ਉੱਤੇ ਕੀ ਮੇਰਾ ਹੱਕ ਹੈ? ਮੈਂ ਮੁਰਦਾਰ ਖਾ ਰਿਹਾ ਹਰ ਰੋਜ਼। ਮੈਂ ਅੰਨਾ ਹੋ ਕੇ ਅਣਦੇਖਿਆ ਕਰਕੇ ਮੁਰਦਾਰ ਖਾਈ ਜਾ ਰਿਹਾ। ਦੂਸਰਿਆਂ ਨੂੰ ਸਿੱਖਿਆ ਦੇ ਰਿਹਾ ਕਿ ਮੁਰਦਾਰ ਨਾ ਖਾਓ, ਮੁਰਦਾਰ ਨਾ ਖਾਓ। ਭਾਈ ਗੁਰੂ ਪੀਰ ਨੇ ਗਵਾਹੀ ਨਹੀਂ ਭਰਨੀ, ਪਰ ਮੈਂ ਆਪਣੇ ਕਦਮਾਂ ਨੂੰ ਨਹੀਂ ਰੋਕ ਰਿਹਾ। ਮੈਂ ਦੂਸਰਿਆਂ ਨੂੰ ਸਿੱਖਿਆ ਦੇ ਰਿਹਾ, ਭਾਈ ਉਹਨਾਂ ਦੀ ਗੋਲਕ ਐ ਆ, ਇਹਨਾਂ ਦੀ ਗੋਲਕ ਐ, ਤੇ ਮੇਰੀ ਗੋਲਕ ਕਿਵੇਂ ਆ? ਤੇ ਗੁਰੂ ਸਿੱਖ ਨੂੰ, ਜਿਹੜਾ ਗੁਰ ਸਿੱਖ ਹੈ, ਉਹ ਗੋਲਕ ਦੇ ਤਾਂ ਲਾਗੇ ਵੀ ਨਹੀਂ ਜਾਂਦਾ। ਗੁਰਸਿੱਖ ਤਾਂ ਗੁਰੂ ਦੇ ਲਾਗੇ ਹੁੰਦਾ ਹੈ, ਗੁਰੂ ਵੱਲ ਨੂੰ ਵੱਧਦਾ ਹੈ। ਕਿ ਗੁਰਸਿੱਖ ਗੋਲਕ ਦਾ ਖਾਵੇਗਾ? ਗੁਰਸਿੱਖ ਦੀ ਪਰਿਭਾਸ਼ਾ ਇਹ ਆ, ਉਹ ਭੁੱਖ ਨਾਲ ਮਰਨਾ ਮਨਜ਼ੂਰ ਕਰ ਲਵੇਗਾ, ਸਬਰ ਸਿਦਕ ਸੰਤੋਖ ਦੇ ਬਲ ਤੇ। ਨਾ ਉਹ ਜਾਣ ਦਾ ਅਹਿਸਾਨ ਮੰਗਦਾ ਹੈ, ਨਾ ਢਿੱਡ ਪਾਲਣ ਲਈ ਕਿਸੇ ਅੱਗੇ ਹੱਥ ਅੜਦਾ ਹੈ, ਨਾ ਉਹ ਗੋਲਕ, ਨਾ ਉਹ ਦਾਨ, ਨਾ ਉਹ ਦਕਸ਼ਨਾ ਦੇ ਕਦੀ ਵੀ ਅਧੀਨ ਹੁੰਦਾ ਹੈ। ਉਹ ਮਰਨੀ ਮਨਜ਼ੂਰ ਕਰ ਲੂਗਾ, ਪਰ ਦਾਨ ਅਹਿਸਾਨ ਉਪਕਾਰ ਕਰਜਾ ਇਹਨਾਂ ਥੱਲੇ ਗੁਰਸਿੱਖ ਨਹੀਂ ਆਉਂਦਾ। ਉਹ ਆਪਣੀ ਜਾਨ ਦਾ ਵੀ ਕਹਤੇ ਦਾਨ ਨਹੀਂ ਮੰਗਦਾ। ਜੇ ਉਹਦੀ ਜਾਨ ਤੇ ਵੀ ਬਣ ਆਵੇ ਨਾ, ਤੇ ਦੂਸਰੇ ਬੰਨੇ ਉਸਨੂੰ ਮੌਕਾ ਮਿਲੇ, ਭਾਈ ਤੂੰ ਆਹ ਕੰਮ ਕਰ, ਤੇਰੀ ਜਾਨ ਬਖਸ਼ੀ ਜਾਵੇਗੀ, ਉਹ ਵੀ ਨਹੀਂ ਅਹਿਸਾਨ ਲੈਂਦਾ। ਅਸੀਂ ਤਾਂ ਦਾਨ ਵੀ ਖਾਣ ਲੱਗਿਆ ਸ਼ਰਮ ਨਹੀਂ ਕਰਦੇ। ਅਸੀਂ ਤਾਂ ਦਾਨ ਵੀ ਖਾਣ ਲੱਗਿਆ ਸ਼ਰਮ ਨਹੀਂ ਕਰਦੇ। ਉੱਤੋਂ ਅਸੀਂ ਕਹਿੰਦੇ ਨਹੀਂ, ਇਹ ਤੁਹਾਡਾ ਫਰਜ਼ ਹੈ। ਭਾਈ ਉਹਨਾਂ ਦਾ ਫਰਜ਼ ਉਹ ਜਿੱਥੇ ਮਰਜ਼ੀ ਲਾਉਣ।
इस गल ते सिखां दे विच एक बड़ी मेरे अंदर मन च ठेस आउंदी आ कि कहण नूं सारे बड़े दिल ठोक के कहंदे ने गुरबाणी गुरु, ਉਹ ਗੁਲਾਮ कित्थे बने होए साधु संतां दे अज भी तुसीं पैर चट्टण डए हो। गुरबाणी तुहानूं निराकार तक लिजाना चाहुंदी है, गुरु बन के तुहानूं निराकार तक लिजाना चाहुंदे, तुसीं अज भी बोड़ां पिपलां नूं चुम्मण डए हो, बेरियां नूं तुसीं पूजण डए हो, अज भी गड़वई बने होए हो, अज भी फोटोआं रखियां तस्वीरां रखियां होईयां तुसीं अपने गुरुद्वारिਆਂ ਵਿੱਚ ਘਰਾਂ ਵਿੱਚ ਉਹਨਾਂ ਦੇ मुरीद बने, ਉਹਨਾਂ ਦੇ गुलाम बने होए हो। कहण नूं कहंदे हो मैं गुरसिख, गुरसिख दा दाता, गुरसिख दा परमात्मा हवा दे वांगू है, धुप दे वांगू आ, अग दे वांगू, ਜਿਹੜਾ हर वक्त हर थां ते मौजूद है। गुरसिख दा दान गोलक नहीं वेंदा, धर्म नहीं वेंदा कि मैं अपने धर्म नूं दान करा। गुरसिख दानी उत्थे जिथे जरूरत है। भाई मैं तो जरूरत वेखदा जिस तरह भाई कन्हैया जी ने सेवा की सी। जख्मी कोई भी है महाराज तुहाडा रूप ही है, मजबूर कोई भी है तो गुरसिख की कहूगा, मजबूर कोई भी है मेरे लिए हिंदू सिख ईसाई मुसलमान ऊच नीच नहीं जी दातिया, ए नानका ए वाहेगुरु ए गोबिंद, ये तेरा ही तो रूप है। मैं ही मूर्ख जानदा पिया सी कि ये जातां बरातां दे विच ने, क्योंकि मैं जात विच फसिया होया सी, मैं जोत विच गया ही नहीं। जोत विच पहुंचण दा जात मैं जोत, जोत विच पहुंचण तो पहलां गुरसिख कहाउणा अपने आप नूं ही मूर्खता है। गुरसिख बाहरों नहीं थापिया जाना कि लो जी उसने 5 ककार पाए हुए ने, इन्हें खंडे बाटे दी पौल, गुरसिख है। गुरसिख है जिसनों गुरु ने थापिया, जिहड़ा जोत दे चानणे विच पहुंच गया, जिसने जोत दे दर्शन कर ले, हुण ओह जाता वल नूं हो तुरिया है। हुण ओह जाता दी खोज विच लग्या होया। हुण उसने यह शरीर दा मतलब कि जात दा वहम भरम मिटा दिता है, इनू मिट्टी जान लिया है, सिर्फ हुण साह चलते पे ने। वो हुण जोत तो जिंदा है। जोत कौन? जोत एक गुरसिख है। कहंदे गल्ली पिस्त ना जाइए छूटे सच कमाए, मारन पाए हराम मैं होए हलाल न जाए। गल्लां नाल भी कहंदे अकाल पुरख पाया जाना। गल्लां किहड़ी गली महल्ले च नहीं हुंदियां पईयां, ओने अज कल सुनने वाले स्रोते ने जिन्ने प्रचारक ने, स्रोते घट प्रचारक अजकल घरे घरे ने। महाराज कहते गल्लां नाल प्राप्तियां नहीं होणियां। गुरु नानक देव जी ने बड़ी अच्छी विचार लिखी, कहते गल्ली असी चंगियां आचारी बुरियां, मनो कसुद्दां कालियां बाहर चिटवियां। गल्लां नाल ज़बान बड़ी वाहिगुरु वाहिगुरु करदी है। उंगलां बड़ियां सोहणियां हारमोनीयम ते चलदियां ने, रागदारी बड़ी पक्की है। मेरा सिर भी बड़ा झुकदा है, सीस नवाइए क्या थिए, जे मनो को सुधे जाए। महाराज जी कहते ना गल्ली असी चंगियां आचारी। आचार सुधारना पवेगा अपना अंदर दा किरदार। गुरबाणी किरदार है, किरदार हर कदम ते किरदार है गुरबाणी। जे साडियां कहंदे 10 चीज़ां हक दियां ने, विच असीं 2 भी हराम दियां मिला लियां ते उन्हें 10 नूं भी हराम दियां ही बना देना है। भाई साहब नूं बेनती करके वेखो, जिहड़ा असीं करोड़ां दे असीं कहंदे ला लिया ना, ये की गुरसिख दा कर्म है? गुरसिख दा कर्म है, रोटी मिल गई, कित्थों मिल गई, सुक्की मिल गई, खा लै। गुरु नानक जिन्ना तक किसी ने जागरूक नहीं किया संसार नूं। तुसीं कहंदे हो कि मैं जागरूकता भरती सिंह, जागरूकता नहीं भरी, तुसीं अंध विश्वास भर दिता है, क्योंकि तुसीं 2 पार्ट कर दिते है। जागरूकता वो है नीवियां नूं भी गल ला लेना, जागरूकता वो है गैर धर्मी नूं भी गल ला लेना, जागरूकता वो है जिथे कोई भेद भाव ईरखा नफरत क्रोध काम लोभ रहे ही ना,
ਹੋਵੇ ਜਾਗਰੂਕਤਾ। ਸਾਡੀ ਸਿੱਖ ਸਮਾਜ ਵਿੱਚ ਇੱਕ ਅਸੀਂ ਗੁਰਬਾਣੀ ਨੂੰ ਛੱਡ ਕੇ ਪ੍ਰਚਾਰਕਾਂ ਨਾਲ ਇਸ ਕਦਰ ਜੁੜ ਜਾਂਦੇ ਹਾਂ, ਭਾਵਨਾਤਮਕ ਇਮੋਸ਼ਨਲੀ ਅਸੀਂ ਅਟੈਚਮੈਂਟ ਹੋ ਜਾਂਦੇ ਹਾਂ। ਅਸੀਂ ਸੱਚ ਔਰ ਝੂਠ ਦੀ ਫਿਰ ਪਹਿਚਾਨ ਹੀ ਭੁੱਲ ਜਾਂਦੇ ਹਾਂ ਕਿ ਬੰਦਾ ਸੱਚ ਬੋਲ ਰਿਹਾ ਕਿ ਬੰਦਾ ਝੂਠ ਬੋਲ ਰਿਹਾ ਹੈ। ਦੇਖੀਏ ਤਾਂ ਸਹੀ, ਸਾਰੀਆਂ ਸੰਸਥਾਵਾਂ ਅਣਗਿਣਤ, ਪਤਾ ਹੀ ਨਹੀਂ ਕਿੰਨੇ ਹੈ, ਨਿਰੰਕਾਰੀਏ, ਨਾਮਧਾਰੀਏ, ਅਕਾਲੀਏ ਹੈ, ਆਦ ਪਤਾ ਹੀ ਨਹੀਂ। ਪਰ ਧਿਆਨ ਨਾਲ ਵੇਖੀਏ, ਸਾਰੇ ਗੁਰਬਾਣੀ ਨੂੰ ਉੱਚਾ ਕਰ ਰਹੇ ਕਿ ਆਪਣੀ ਆਪਣੀਆਂ ਸੰਸਥਾਵਾਂ ਨੂੰ ਉੱਚਾ ਕਰ ਰਹੇ ਨੇ। ਕੋਈ ਗੁਰਬਾਣੀ ਨੂੰ ਵੀ ਵੱਡਿਆਂ ਕਰ ਰਿਹਾ ਹੈ, ਗੁਰੂ ਨੂੰ ਵੀ ਉੱਚਾ ਕਰ ਰਿਹਾ ਹੈ, ਕੋਈ ਕਿ ਆਪਣੇ ਆਪਣੀਆਂ ਸੰਸਥਾਵਾਂ ਨੂੰ ਹੀ ਉੱਚਾ ਕੀਤਾ ਜਾ ਰਿਹਾ, ਜਾਂ ਆਪਣੇ ਆਪਣੇ ਵਿਚਾਰਾਂ ਨੂੰ ਹੀ ਉੱਚਾ ਕੀ ਰਿਹਾ, ਜਾਂ ਆਪਣੇ ਆਪਣੀ ਗਿਆਨਤਾ ਨੂੰ ਹੀ ਵੱਡਾ ਕਰਕੇ ਦਿਖਾਇਆ ਜਾ ਰਿਹਾ। ਉਹ ਗੁਰਬਾਣੀ ਗੁਰੂ ਹੈ ਤੇ ਗੁਰੂ ਦੀ ਉਸਤਤ ਕਰੀਏ। ਗੁਰਬਾਣੀ ਨੂੰ ਕਿਉਂ ਨਹੀਂ ਵੱਡਾ ਕੀਤਾ ਜਾ ਰਿਹਾ, ਕਿਉਂ ਨਹੀਂ ਉੱਚਾ ਕੀਤਾ? ਗੁਰਬਾਣੀ ਨੇ ਕਿੱਥੇ ਸਾਨੂੰ ਵੰਡਿਆ ਸੀ? ਅਸੀਂ ਤਾਂ ਆਪਣੀਆਂ ਆਪਣੀਆਂ ਸੰਸਥਾਵਾਂ ਨੂੰ ਉੱਚਾ ਕਰਨਾ ਚਾਹੁੰਦੇ ਹਾਂ। ਨਾਮਧਾਰੀ ਆਪਣੀ, ਨਿਰੰਕਾਰੀ ਆਪਣੀ, ਰਾਧਾ ਸਵਾਮੀ ਆਪਣੀ ਹੈ, ਗੁਰੂ ਪਰਮੇਸ਼ਰ ਆਪਣੇ, ਹਰਿਦੁਆਰ ਆਪਣੇ, ਸਾਰੇ ਆਪਣੇ ਸੰਸਥਾਵਾਂ ਨੂੰ ਅਸੀਂ ਫੜ ਲਿਆ। ਸੰਸਥਾਵਾਂ ਨੂੰ, ਮੇਰੀ ਸੰਸਥਾ ਦਾ ਕਦੀ ਨੀਵਾਂ ਨਾ ਮੈਂ ਹੋ ਜਾ। ਕੋਈ ਸਿੰਘ ਸਭਾ, ਕੋਈ ਆਦ ਪਤਾ ਹੀ ਨਹੀਂ, ਅਣਗਿਣਤ। ਜੇ ਗੁਰੂ ਇੱਕ ਹੈ, ਗੁਰਬਾਣੀ ਹੀ ਗੁਰੂ ਹੈ, ਫਿਰ ਸਾਡੀ ਆਵਾਜ਼ ਵਿੱਚ ਫਰਕ ਕਿਉਂ, ਵਟਾਂਦਰਾ ਕਿਉਂ ਹੈ? ਕਿਉਂਕਿ ਅਸੀਂ ਇਮੋਸ਼ਨਲੀ ਅਟੈਚ ਹੋ ਜਾਂਦੇ ਹਾਂ। ਗੁਰੂ ਨਾਨਕ ਦੀ ਫੁਲਵਾੜੀ ਵਿੱਚ ਇੱਕ ਤਰ੍ਹਾਂ ਦੇ ਫੁੱਲ ਹੀ ਨਹੀਂ ਹਨ। ਉਹਨੇ ਹਰ ਇੱਕ, ਉਸ ਮਾਲਕ ਨੇ ਗੁਰੂ ਨਾਨਕ ਨੂੰ ਸਿੱਖਿਆ, ਗੁਰਬਾਣੀ ਦਰਸੀ ਗੁਰੂ ਨਾਨਕਾ ਤੇਰੀ ਫੁਲਵਾੜੀ 'ਚ ਹਰ ਇੱਕ ਤਰ੍ਹਾਂ ਦਾ ਫੁੱਲ ਲੱਗੇਗਾ। ਅਸੀਂ ਤਾਂ ਫੁੱਲ ਹੀ ਤੋੜ ਦਿੱਤੇ, ਅਸੀਂ ਤਾਂ ਫੁੱਲ ਹੀ ਵੰਡ ਦਿੱਤੇ, ਫੁਲਵਾੜੀਆਂ ਉਜਾੜ ਦਿੱਤੀਆਂ। ਤਾਂ ਕਹਿੰਦੇ ਆ ਕਿ ਅਸੀਂ ਨਾਨਕ ਨੂੰ ਖੁਸ਼ ਕਰ ਲਾਂਗੇ। ਕਿਵੇਂ ਖੁਸ਼ ਕਰ ਲਾਂਗੇ? ਵੰਡ ਵਡਈਆਂ ਨਾਲ, ਲੜਾਈਆਂ ਨਾਲ। ਅਸੀਂ ਤਾਂ ਗੱਦੀਆਂ ਦੀ ਰੇਸ ਵਿੱਚ ਲੱਗੇ। ਤੇ ਗੁਰਸਿੱਖ ਦੇਣ 'ਚ ਯਕੀਨ ਕਰਦਾ, ਛੀਨਣ 'ਚ ਯਕੀਨ ਨਹੀਂ ਕਰਦਾ। ਅਸੀਂ ਤਾਂ ਗੱਦੀ ਲੈਣ ਵਿੱਚ ਵਿਸ਼ਵਾਸ ਰੱਖਿਆ ਕਿ ਪ੍ਰਧਾਨਗੀ ਮੈਨੂੰ ਮਿਲੇ, ਅਹੁਦਾ ਮੈਨੂੰ ਮਿਲੇ, ਵਾਹ ਵਾਹ ਮੇਰੀ ਹੋਵੇ। ਇਹ ਤਾਂ ਗੁਰਸਿੱਖ ਦੀ ਨਿਸ਼ਾਨੀ ਨਹੀਂ। ਗੁਰਸਿੱਖ ਤਾਂ ਕਹਿੰਦੇ ਕਰ ਪੁੰਨੂ ਨੀਚ ਸਦਾਈਏ। ਆਸਾ ਦੀ ਵਾਰ 'ਚ ਮਹਾਰਾਜ ਕਹਿੰਦੇ ਨੇ ਕਰ ਪੁੰਨੂ, ਭਾਈ ਪੁੰਨ ਕਮਾ, ਭਲਾ ਕਰ, ਪਿੱਛੇ ਹਟ ਜਾ, ਨੀਚ ਵੀ ਬਣ ਜਾ ਕੇ ਹਰਜ ਨਾ ਕਰੀ। ਅਸੀਂ ਤਾਂ ਥੋੜਾ ਕਰਕੇ ਜ਼ਿਆਦਾ ਬਣਨਾ ਚਾਹੁੰਦੇ ਆ, ਵਿਖਾਉਣਾ ਚਾਹੁੰਦੇ ਆ, ਸੁਣਾਉਣਾ ਚਾਹੁੰਦੇ ਆ। ਹੁਣ ਇੱਥੇ ਵੇਖੀਏ ਕਿ ਅਸੀਂ ਕੀ ਭਗਤੀ ਦਿਹਾੜ 'ਚ ਮੁਰਦਾਰ ਨਹੀਂ ਖਾ ਰਹੇ। ਮੇਰੇ ਜਿਹੜਾ ਤਨ ਤੇ ਕੱਪੜਾ, ਮੈਂ ਭਾਈ ਸਾਹਿਬ ਬਣਿਆ ਹੋਇਆ, ਮੈਂ ਸਾਧੂ ਬਣਿਆ, ਮੇਰੇ ਜਿਹੜੇ ਤਨ ਤੇ ਕੱਪੜਾ ਇਹ ਮੁਰਦਾਰ ਦਾ ਕਿ ਮੇਰੇ ਹੱਕ ਦਾ? ਇਹ ਚੜਾਵੇ ਦਾ, ਗੋਲਕ ਦਾ? ਮੇਰੀ ਗੱਡੀ, ਮੇਰਾ ਤੇਲ, ਮੇਰਾ ਮਕਾਨ, ਮੇਰਾ ਕਮਰਾ, ਮੇਰੇ ਪੈਰਾਂ ਦੀ ਜੁੱਤੀ, ਦਸਤਾਰ, ਮੇਰਾ ਖਾਣਾ, ਮੇਰਾ ਆਹਾਰ, ਮੇਰਾ ਘੁੰਮਣਾ, ਮੇਰਾ ਫਿਰਨਾ, ਇਹਨਾਂ 'ਚ ਕਿਤੇ ਮੁਰਦਾਰ ਹੀ ਤਾਂ ਨਹੀਂ ਸਾਰਾ ਚੱਲ ਰਿਹਾ? ਗੱਡੀ ਦਾਣ ਦੀ, ਕੋਠੀ ਦਾਣ ਦੀ, ਕੱਪੜੇ ਦਾਣ ਦੇ। ਤੇ ਦਾਣ ਤਾਂ ਇੱਕ ਮੁਰਦਾਰ ਆ ਜਦੋਂ ਮੈਨੂੰ ਆਪਣੇ ਤੇ ਵਰਤਣ ਲੱਗ ਪਿਆ। ਮੇਰੇ ਕੋਲ ਦਾਨ ਆ ਗਿਆ, ਜੇ ਮੈਂ ਅੱਗੇ ਵੀ ਦਾਨ ਨੂੰ ਤੋੜ ਦਿੱਤਾ ਤੇ ਫਿਰ ਤਾਂ ਦਾਨ ਹੈ। ਪਰ ਦਾਨ ਜੇ ਮੈਂ ਆਪ ਖਾ ਲਿਆ ਤਾਂ ਮੁਰਦਾਰ ਆ। ਕਿਉਂਕਿ ਦਾਨ ਦੀ ਅੱਜ ਕੱਲ੍ਹ ਵਿਵਸਥਾ ਕੀ ਹੈ? ਅੱਜ ਕੱਲ੍ਹ ਇਹ ਆ, ਜੇ ਕਿਸੇ ਭਾਈ ਸਾਹਿਬ ਕੋਲੇ 10 ਲੱਖ ਦਾ ਦਾਨ ਇਕੱਠਾ ਹੋ ਗਿਆ, ਉਹਨਾਂ ਨੇ ਵਿੱਚੋਂ 5 ਲੱਖ ਲਾ ਦਿੱਤਾ, 5 ਲੱਖ ਸਾਂਭ ਕੇ ਸੰਗਤ ਨੇ ਵਾਹ ਵਾਹ ਕਰਨੀ, ਵਾਹ ਜੀ ਵਾਹ, ਬਾਬਾ ਜੀ ਨੇ 5 ਲੱਖ ਦਾਨ ਕਰ ਦਿੱਤਾ, ਪਰ 5 ਲੱਖ ਮੁਰਦਾਰ ਵੀ ਦਿਖਾ ਗਏ। ਉਹ ਗੋਲ ਵੀ ਤਾਂ ਕਰ ਗਏ। ਅੰਦਰ ਦੇ ਖਾਤੋਂ ਨੱਪ ਵੀ ਤਾਂ ਗਏ। ਜੇ 150 ਬੀਬੀਆਂ ਦੇ ਭੈਣਾਂ ਦੇ ਅਸੀਂ ਵਿਆਹ ਕਰ ਦਿੱਤੇ, 150 ਨੂੰ ਅਸੀਂ ਰਾਸ਼ਨ ਵੀ ਵੰਡਤਾ, ਤੇ ਇਹ ਵੇਖੀਏ ਕਿ ਜਿਹੜਾ ਬਾਕੀ ਦਾ ਇੰਨਾ ਸਾਡਾ ਬਜਟ ਸੀ ਉਹ ਬਾਬਾ ਜੀ ਗੋਲ ਵੀ ਤਾਂ ਕਰ ਗਏ, ਮੁਰਦਾਰ ਕਰ ਗਏ ਉਸਨੂੰ। ਪਰ ਇਹ ਗੁਰਸਿੱਖ ਦੀ ਨਿਸ਼ਾਨੀ ਤਾਂ ਨਹੀਂ। ਗੁਰਸਿੱਖ ਭੁੱਖ ਮਨਜ਼ੂਰ ਕਰ ਲੂਗਾ, ਗਰੀਬੀ ਮਨਜ਼ੂਰ ਕਰ ਲੂਗਾ, ਭੁੱਖ ਮਨਜ਼ੂਰ ਕਰ ਲੂ, ਗਰੀਬੀ ਮਨਜ਼ੂਰ ਕਰ ਲੂ, ਮੌਤ ਮਨਜ਼ੂਰ ਕਰ ਲੂ, ਪਰ ਦਾਨ, ਅਹਿਸਾਨ, ਉਪਕਾਰ ਮਨਜ਼ੂਰ ਨਹੀਂ ਕਰੇਗਾ। ਇਸ ਵਿੱਚ ਮਹਾਰਾਜ ਗੁਰਬਾਣੀ 'ਚ ਕਹਿੰਦੇ ਮਾਇਆ ਕਾਰਨ ਵਿਦਿਆ ਵੇਚੇ,
जन्म अबिरथा जाई। यह धंधा वपार बन चुका है। प्रचार दी चादर तले वपार। वाह वाह, वड्डे भाई साहब ने, वड्डे कीर्तनिया ने, वड्डे प्रचारक ने। विद्या तो असीं गुरु ग्रंथ साहिब दी वेचते पे हैं, पराई वेचण डे हैं। ये उन्हां भगतां दे अनुभव वेचण डे जिन्हां ने अपनी कमाइयां कर कर लिख के सानूं सुधरन वास्ते दित्ते सी, सानूं सुधार करन वास्ते सानूं दित्ता सी तजर्बा। असीं इहदा वपार कर लिया। भाई रविदास जी इंज कहंदे ने, गुरु नानक देव महाराज जी इस तरह कहंदे ने। असीं तुसीं की करने, सानूं तो ये वेखना पवेगा ना कि असीं इस टीचे तक पहुंच गए जो महाराज ने सानूं हुक्म दिता सी। माया कारण विद्या वेचे जन्म अबिरथा जाए। मूर्ख ने जन्म अपना बेकार गवा लिया, क्योंकि माया बहुत जालम है। माया दो मूही नागनी है, एक मूँह फड़ी दा दूजे पास्यों डस लेंदी है। माया दे रूप, माया सिर्फ धंधा ही नहीं, माया सिर्फ पैसा ही नहीं, यश भी तो माया ही है। मैं वड्डा साधु संत बना, ये भी तो माया ही है। मैनू लोग मनन, ये भी तो माया ही है। संगत मेरी वाह वाह करे, ये भी तो माया ही है। माया की एक अहम निशानी, जो भी चीज़ किसी भी भलाई के रूप में चाहे बुराई के रूप में जिहड़ी तुहानू तुहाडे मालक तो दूर करी जाती है, वो माया ही है। जिहड़ी तुहाडी सोच और तुहाडी आत्मा के विचाले खड़ जाती है, वो माया ही है। जिहड़ी तुहाडी जात अते जोत के विचाले खड़ जाती है आण के, जिहड़ी तुहानू जात तो जोत के रूबरू नहीं होण दिंदी पई, वो माया ही है। भावें धर्म भी क्यों ना आ जाए, भावें मजहब भी क्यों ना आ जाए, जिहड़ा सानू अगे ही नहीं वधन दिंदा पिया, जोत दे लागे ही नहीं जाण दिंदा पिया, वो माया दे ही रूप हन। ये माया दे रूपां नू समझना ते बुझना पवेगा। इन्नी गल करदा है मैं खिमा मंगदा हाँ जे कोई वध घट लफ्ज बोलिया गया होवे। मेरी यही हथ जोड़ के बेनती है, चाहे अकाल तख्त दे साहब दे भाई साहब ने, चाहे कोई अकाली ने, चाहे वो होर साधु संत प्रचारक ने, गुरबाणी नूं मुख कीता जावे। गुरबाणी गाई ही ना जावे, गुरबाणी समझाई जावे। गुरबाणी समझाई जावे, हर एक दे हिरदे दे विच पहुंचाई जावे। चाहे वह हिंदू है, चाहे वह सिख है, चाहे वह मुसलमान, चाहे वह ईसाई है, गुरबाणी अकाल उस्तत है। ईश्वर की प्रशंसा है, ईश्वर नूं पाउण दा राह है। ईश्वर नूं पाउण दा राह धर्म नहीं, धार्मिकता है, अध्यात्मिकता है। गुरबाणी उस मालिक दा संदेश है, सुनेहा है। इहदे विच प्रेम भी है, इहदे विच वैराग भी है, इहदे विच तड़फ भी है। इन्नी गल कहंदा होया मैं छुट्टी मंगदा हाँ, इजाजत मंगदा हाँ। एका बनाइए, एके दा रंग चढ़ाइए। सिख नूं खास करके मैं हथ जोड़ के बेनती करदा, सिखा गुरबाणी पढ़ो। भाई साहब जागरूक करते हैं, साधु संत जागरूक करते हैं। साधु संत गुरु पीर कदी भी पूजनीय नहीं होंदे, सिर्फ माननीय होंदे ने। ध्यान रखना, माननीय इन्हां दी मनो, पर इन्हां दी गल भी उन्ना चिर किवें सच मन लांगे जिन्ना चिर असीं उसनूं अभ्यास दी कसौटी ते परख के, अभ्यास दी कसौटी ते चक्की विच पीस के, अभ्यास दी चक्की विच पीस के इहदा अनुभव दा निचोड़ नहीं कीता। सानूं की पता है सच है कि झूठ। असीं फिर यह कहना गुस्ताखी माफ के भेड़ चाल वांगू बस असीं भेडां दे मगर लग जाने आ। भेड़ डिग रही है कि भेड़ किसी मंजिल ते जा रही, असीं उसनूं वेखण दे नहीं। हिम्मत रखते, ज्ञान रखते, भाई गुरसिख बनो। गुरसिख की परिभाषा नूं समझो, जानो। सारा संसार ही गुरसिख है, सारा समाज ही गुरु नानक की फुलवाड़ी है।
ਇਹ ਸਾਰੀ ਦੁਨੀਆ ਦਾ ਹਰ ਇੱਕ ਮਾਨਵ ਉਸ ਈਸ਼ਵਰ ਦੀ ਫੁਲਵਾੜੀ ਦਾ ਫੁੱਲ ਹੈ। ਫਰਕ ਸਿਰਫ ਸਮਝ ਤੇ ਸਮਝਾਉਣ ਦੀ ਹੈ। ਆਪਣੇ ਆਪਣੇ ਸੰਸਥਾਵਾਂ ਨੂੰ ਬਲ ਨਾ ਦਈਏ, ਮਾਨਵਤਾ ਨੂੰ ਉੱਚਾ ਚੁੱਕੀਏ, ਇਨਸਾਨੀਅਤ ਨੂੰ ਉੱਚਾ ਚੁੱਕੀਏ, ਗੁਰਬਾਣੀ ਨੂੰ ਮੋਢੀ ਰੱਖੀਏ, ਗੁਰਬਾਣੀ ਨੂੰ ਆਗੂ ਰੱਖੀਏ, ਗੁਰਬਾਣੀ ਨੂੰ ਗੁਰੂ ਰੱਖੀਏ, ਨਿਰਾਕਾਰ ਨੂੰ ਆਪਣੀ ਮੰਜ਼ਿਲ ਰੱਖੀਏ। ਪਿਆਰ ਪ੍ਰੇਮ ਸਾਡੀ ਮਾਲਾ ਹੋਵੇ, ਦੇਣਾ ਲੈਣਾ ਸਾਡਾ ਅੰਮ੍ਰਿਤ ਹੋਵੇ, ਸੇਵਾ ਸਾਡੀ ਅੰਮ੍ਰਿਤ ਹੋਵੇ। ਸਿੱਖੀ ਸਿਧਾਂਤ ਜਿਸ ਵਿੱਚ ਕੌੜਾ ਬੋਲਣਾ ਵੀ ਮਨਾਹੀ ਹੈ, ਗੁੱਸਾ ਬੋਲਣਾ ਵੀ ਮਨਾਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।